ਹੈਲੋ ਪਿਆਰੇ ਬੱਚਿਓ, ਵੈਲਕਮ ਟੂ ਆਲ। ਕੀ ਹਾਲ ਹੈ ਤੁਹਾਡਾ ਬੱਚਿਓ? ਬਿਲਕੁਲ ਠੀਕ ਠਾਕ ਹੋ? ਮੈਂ ਬਿਲਕੁਲ ਠੀਕ ਠਾਕ ਹਾਂ ਬੱਚਿਓ। ਔਰ ਪਰਮਾਤਮਾ ਪਾਸੋਂ ਹਮੇਸ਼ਾ ਇਹ ਆਸਵੰਦ ਰਹਿੰਦਾ ਹਾਂ ਕਿ ਤੁਸੀਂ ਆਪਣੇ ਘਰਾਂ 'ਚ ਸੇਫ ਰਹਿ ਰਹੇ ਹੋਵੋਗੇ, ਬਿਲਕੁਲ ਠੀਕ ਠਾਕ ਹੋਵੋਗੇ। ਆਪਣੀ ਸਟੱਡੀ ਜਿਹੜੀ ਹੈ, ਪੜ੍ਹਾਈ ਜਿਹੜੀ ਲਗਾਤਾਰ ਕਰ ਰਹੇ ਹੋਵੋਗੇ, ਹੱਥਾਂ ਨੂੰ ਲਗਾਤਾਰ ਧੋ ਕੇ ਹੀ ਖਾਣਾ ਖਾਂਦੇ ਹੋਵੋਗੇ, ਲਗਾਤਾਰ ਹੱਥਾਂ ਨੂੰ ਧੋ ਰਹੇ ਹੋਵੋਗੇ, ਆਪਣੀ ਸੁਰੱਖਿਆ ਅਤੇ ਦੂਜਿਆਂ ਦੀ ਸੁਰੱਖਿਆ ਕਰ ਰਹੇ ਹੋਵੋਗੇ, ਪੇਰੈਂਟਸ ਦਾ ਕਹਿਣਾ ਮੰਨ ਰਹੇ ਹੋਵੋਗੇ, ਅਧਿਆਪਕਾਂ ਦਾ ਕਹਿਣਾ ਬਿਲਕੁਲ ਮੰਨ ਰਹੇ ਹੋਵੋਗੇ। ਔਰ ਪਾਸ ਦੀ ਟ੍ਰੇਨਿੰਗ ਜਿਹੜੀ ਹੈ, ਜਿਹੜੇ ਐਲਓ ਪੇਪਰ ਤੁਹਾਨੂੰ ਆ ਰਹੇ ਨੇ, ਲਰਨਿੰਗ ਆਊਟਕਮ ਦੇ ਜਿਹੜੇ ਸ਼ੀਟਾਂ ਤੁਹਾਨੂੰ ਭੇਜੀਆਂ ਜਾ ਰਹੀਆਂ ਨੇ, ਉਸ ਦੀ ਸਟੱਡੀ ਕਰ ਰਹੇ ਹੋਵੋਗੇ। ਔਰ ਪਿਆਰੇ ਬੱਚਿਓ, ਜਿਵੇਂ ਤੁਸੀਂ ਜਾਣਦੇ ਹੋ ਕਿ 5ਵੀਂ ਕਲਾਸ ਦੇ ਵਿੱਚ ਵਾਤਾਵਰਨ ਸਿੱਖਿਆ ਦਾ ਅਸੀਂ ਪਾਠ ਜਿਸ ਦੀ ਅਭਿਆਸ ਕਰ ਰਹੇ ਹਾਂ, ਉਹ ਹੈ ਬੀਜ ਦਾ ਸਫ਼ਰ। ਉਹਦੇ ਵਿੱਚ ਅਸੀਂ ਪਾਠ ਪੂਰਾ ਪੜ੍ਹ ਲਿਆ ਹੈ। ਅੱਜ ਅਸੀਂ ਇਸ ਦੀ ਅਭਿਆਸ ਜਿਹੜੀ ਹੈ ਸ਼ੁਰੂ ਕਰਨੀ ਹੈ। ਅੱਜ ਅਸੀਂ ਅਭਿਆਸ ਜਿਹੜੀ ਹੈ ਪ੍ਰਸ਼ਨ ਉੱਤਰਾਂ ਸਮੇਤ ਸਾਰੀ ਜਿਹੜੀ ਹੈ ਉਹ ਕੰਪਲੀਟ ਕਰਾਂਗੇ। ਸੋ ਸਾਰਿਆਂ ਦਾ ਬਹੁਤ ਬਹੁਤ ਸਵਾਗਤ, ਅਧਿਆਪਕ ਸਾਥੀਆਂ ਦਾ ਖਾਸ ਕਰਕੇ, ਔਰ ਮਾਪੇ ਸਾਹਿਬਾਨ ਜਿਹੜੇ ਨੇ ਉਹਨਾਂ ਦਾ ਵੀ ਖਾਸ ਕਰਕੇ ਬਹੁਤ ਬਹੁਤ ਸਵਾਗਤ ਕਰਦਾ ਹਾਂ। ਕਿਰਪਾ ਕਰਕੇ ਅਧਿਆਪਕ ਸਾਥੀ ਇਸ ਵੀਡੀਓ ਨੂੰ ਆਪਣੇ ਸੈਂਟਰਲ ਔਰ ਬਲਾਕ ਗਰੁੱਪ ਜ਼ਰੂਰ ਸ਼ੇਅਰ ਕਰੋ, ਤਾਂ ਕਿ ਹਰ ਅਧਿਆਪਕ ਤੱਕ, ਜੋ ਅਧਿਆਪਕ 5ਵੀਂ ਕਲਾਸ ਲੈ ਰਿਹਾ ਹੈ, ਉਸ ਤੱਕ ਇਸ ਦੀ ਪਹੁੰਚ ਹੋ ਸਕੇ ਔਰ ਬੱਚੇ ਇਸ ਤੋਂ ਕੰਮ ਕਰ ਸਕਣ ਔਰ ਆਪਣਾ ਸਿਲੇਬਸ ਕੰਪਲੀਟ ਕਰ ਸਕਣ ਔਰ ਪਾਸ ਦੀ ਤਿਆਰੀ ਜਿਹੜੀ ਹੈ ਉਹ ਕਰ ਸਕਣ। ਸੋ ਪਿਆਰੇ ਬੱਚਿਓ, ਸ਼ੁਰੂ ਕਰਦੇ ਹਾਂ। ਤੁਹਾਡੇ ਹੱਥ 'ਚ ਬੁੱਕਸ ਹੋਣੀਆਂ ਚਾਹੀਦੀਆਂ ਨੇ, ਪੈਨਸਿਲ ਕਾਪੀਆਂ ਤੁਹਾਡੇ ਹੱਥ 'ਚ ਹੋਣੀਆਂ ਚਾਹੀਦੀਆਂ ਨੇ। ਆਪਾਂ ਅਭਿਆਸ ਸ਼ੁਰੂ ਕਰਨੀ ਹੈ। ਸੋ ਪਹਿਲਾ ਅਭਿਆਸ ਜਿਹੜਾ ਹੈ ਉਸ ਦੇ ਤਹਿਤ ਤੁਹਾਡੇ ਸਾਹਮਣੇ ਹੈ ਪਹਿਲਾ ਪ੍ਰਸ਼ਨ, ਜਿਹਦੇ ਵਿੱਚ ਅਸੀਂ ਜਿਹੜੀ ਹੈ ਸਹੀ ਟਿਕ ਕਰਨੀ ਹੈ, ਸਹੀ ਦਾ ਨਿਸ਼ਾਨ ਲਾਉਣਾ ਹੈ। ਸਾਰਾ ਪਾਠ ਅਸੀਂ ਉੱਪਰ ਪੜ੍ਹ ਲਿਆ ਹੈ। ਜਿਨ੍ਹਾਂ ਬੱਚਿਆਂ ਨੇ ਪਾਠ ਨਹੀਂ ਪੜ੍ਹਿਆ, ਵੀਡੀਓ ਨੂੰ ਪੌਜ਼ ਕਰੋ ਅਤੇ ਸਾਰਾ ਪਾਠ ਦੁਬਾਰਾ ਪੜ੍ਹੋ, ਤਾਂ ਕਿ ਤੁਸੀਂ ਰਿਫਰੈਸ਼ ਹੋ ਸਕੋ, ਤੁਹਾਨੂੰ ਜਾਣਕਾਰੀ ਹੋ ਸਕੇ ਕਿ ਪਾਠ ਦੇ ਵਿੱਚ ਕੀ ਕੀ ਹੈ, ਕੀ ਪਾਠ ਦੇ ਵਿੱਚ ਦੱਸਿਆ ਗਿਆ ਹੈ, ਪਾਠ ਕਿਹਦੇ ਬਾਰੇ ਹੈ, ਕੀ ਸਮਝਾਇਆ ਗਿਆ ਹੈ। ਸੋ ਚਲੋ ਜਲਦੀ ਨਾਲ ਪਾਠ, ਮੈਂ ਆਸ ਕਰਦਾ ਹਾਂ ਕਿ ਤੁਸੀਂ ਪੜ੍ਹਿਆ ਹੋਵੇਗਾ, ਤਾਜ਼ਾ ਪੜ੍ਹਿਆ ਹੋਵੇਗਾ, ਤਾਂ ਕਿ ਤੁਸੀਂ ਆਸਾਨੀ ਨਾਲ ਇਹਨਾਂ ਕੁਐਸਚਨਾਂ ਦੇ ਆਨਸਰ ਜਿਹੜੇ ਦੇ ਸਕਦੇ ਹੋਵੋਗੇ। ਅਗਰ ਤੁਸੀਂ ਪਿਛਲਾ ਵੀਡੀਓ ਮੇਰਾ ਨਹੀਂ ਦੇਖਿਆ, ਜਿਹਦੇ ਵਿੱਚ ਮੈਂ ਸਾਰਾ ਪਾਠ ਚੰਗੀ ਤਰ੍ਹਾਂ ਸਮਝਾਇਆ ਹੈ, ਪੜ੍ਹਾਇਆ ਹੈ, ਕਿਰਿਆਵਾਂ ਕਰਾਈਆਂ ਹਨ, ਤਾਂ ਮੇਰੀ ਪਲੇਲਿਸਟ ਜਾ ਕੇ ਤੁਸੀਂ ਦੇਖ ਸਕਦੇ ਹੋ। ਪਲੇਲਿਸਟ ਜਾਣ ਦਾ ਤਰੀਕਾ ਤੁਹਾਨੂੰ ਮੈਂ ਹਰ ਵਾਰੀ ਦੱਸਦਾ ਹਾਂ ਕਿ YouTube ਚੈਨਲ 'ਤੇ ਹੋ ਔਰ ਤੁਸੀਂ ਉੱਪਰ ਹੋਮ ਬਟਨ ਹੈ, ਵੀਡੀਓ ਹੈ ਅਤੇ ਪਲੇਲਿਸਟ ਹੈ। ਪਲੇਲਿਸਟ ਦੇ ਬਟਨ ਤੁਸੀਂ ਕਲਿੱਕ ਕਰਨਾ ਹੈ ਅਤੇ 5ਵੀਂ ਜਮਾਤ ਨੂੰ ਖੋਲ੍ਹ ਲੈਣਾ ਹੈ। ਉਸ ਵਿੱਚ ਸਾਰੇ ਤੁਹਾਨੂੰ ਜਿਹੜੇ ਵੀਡੀਓ ਨੇ ਸਾਰੇ ਸਬਜੈਕਟਸ ਦੇ ਮਿਲ ਜਾਣਗੇ। ਸੋ ਪਹਿਲਾ ਹੈ, ਜਲਦੀ ਨਾਲ ਸ਼ੁਰੂ ਕਰਦੇ ਹਾਂ। ਠੀਕ ਉੱਤਰ ਸਾਹਮਣੇ ਸਹੀ ਦਾ ਨਿਸ਼ਾਨ ਲਗਾਓ। ਸੋ ਪਹਿਲਾ ਪ੍ਰਸ਼ਨ ਹੈ, ਕਿਸ ਬੀਜ ਤੋਂ ਆਟਾ ਤਿਆਰ ਕੀਤਾ ਜਾਂਦਾ ਹੈ? ਸੋ ਸਾਰੇ ਬੱਚਿਆਂ ਨੂੰ ਪਤਾ ਹੈ ਕਿ ਸਰੋਂ ਤੋਂ ਤੇਲ ਨਿਕਲਦਾ, ਧਨੀਏ ਤੋਂ ਖੁਸ਼ਬੂਦਾਰ ਮਸਾਲੇ ਬਣਦੇ ਨੇ, ਮਸਾਲੇ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਸੋ ਆਟਾ ਕਿੱਥੋਂ ਬਣਦਾ? ਕਣਕ ਤੋਂ। ਸੋ ਆਪਾਂ ਟਿਕ ਲਾਵਾਂਗੇ ਕਣਕ। ਦੂਸਰਾ ਹੈ, ਕਿਸ ਬੀਜ ਦੀ ਵਰਤੋਂ ਮਸਾਲੇ ਵਜੋਂ ਹੁੰਦੀ ਹੈ? ਹਲਦੀ, ਮੱਕੀ, ਬਾਜਰਾ। ਬੇਟਾ ਸਾਰਿਆਂ ਨੂੰ ਪਤਾ ਹੈ ਕਿ ਮੱਕੀ ਜਿਹੜੀ ਹੈ ਉਸ ਦਾ ਆਟੇ ਦੇ ਤੌਰ 'ਤੇ ਇਸਤੇਮਾਲ ਹੁੰਦਾ ਹੈ, ਬੀਜ ਦੇ ਤੌਰ 'ਤੇ ਇਸਤੇਮਾਲ ਹੁੰਦਾ ਹੈ। ਬਾਜਰੇ ਦਾ ਵੀ ਜਿਹੜਾ ਹੈ ਇਹ ਬੀਜ ਦੇ ਤੌਰ 'ਤੇ ਆਟਾ ਬਣਦਾ ਹੈ। ਲੇਕਿਨ ਹਲਦੀ ਇੱਕ ਇਹੋ ਜਿਹਾ ਪੌਦਾ ਹੈ ਜਿਸ ਤੋਂ ਜਿਹੜਾ ਹੈ ਮਸਾਲੇ ਦੇ ਤੌਰ 'ਤੇ ਇਹਦੀ ਵਰਤੋਂ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਸੋ ਤੁਸੀਂ ਲਿਖ ਸਕਦੇ ਹੋ ਹਲਦੀ। ਸੋ ਆਪਾਂ ਹਲਦੀ 'ਤੇ ਟਿਕ ਲਗਾਤੀ ਹੈ। ਹੁਣ ਤੀਸਰਾ ਦੇਖਦੇ ਹਾਂ, ਕਿਸ ਪੌਦੇ ਦੇ ਪੱਤਿਆਂ ਤੋਂ ਨਵਾਂ ਪੌਦਾ ਤਿਆਰ ਕੀਤਾ ਜਾਂਦਾ ਹੈ? ਤੁਸੀਂ ਪਾਠ 'ਚ ਪੜ੍ਹਿਆ ਹੋਣਾ ਉਸ ਪੌਦੇ ਦਾ ਨਾਮ। ਕੀ ਉਹ ਮੂਲੀ ਹੈ, ਗੋਭੀ ਹੈ ਜਾਂ ਪੱਥਰ ਚੱਟ ਹੈ? ਤੁਸੀਂ ਅੰਦਾਜ਼ਾ ਲਗਾ ਲਿਆ ਹੋਣਾ ਉਹ ਕਿਹੜਾ। ਬਿਲਕੁਲ ਸਹੀ, ਉਸਦਾ ਨਾਮ ਹੈ ਪੱਥਰ ਚੱਟ। ਕਿਉਂਕਿ ਪੱਥਰ ਚੱਟ ਇੱਕ ਇਹੋ ਜਿਹਾ ਪੌਦਾ ਹੈ ਜਿਸ ਦੇ ਪੱਤਿਆਂ ਤੋਂ ਹੀ ਅੱਗੇ ਸਾਈਡ ਤੋਂ, ਬਿਲਕੁਲ ਨੁਕੀਲੀ ਜਗ੍ਹਾ ਤੋਂ, ਕਾਰਨਰ ਤੋਂ ਪੱਤੇ ਬਣਨੇ ਸ਼ੁਰੂ ਹੋ ਜਾਂਦੇ ਨੇ। ਉਸ ਦਾ ਨਾਮ ਹੈ ਪੱਥਰ ਚੱਟ। ਕਿਹੜਾ ਪੌਦਾ ਕਲਮ ਲਗਾ ਕੇ ਉਗਾਇਆ ਜਾਂਦਾ ਹੈ? ਕਿਹੜਾ ਪੌਦਾ ਬੇਟਾ ਜਿਹੜਾ ਕਲਮ ਨਾਲ ਉਗਾਇਆ ਜਾਂਦਾ ਹੈ? ਬੜਾ ਹੀ ਸੌਖਾ ਹੈ, ਉਹ ਹੈ ਗੁਲਾਬ ਦਾ ਪੌਦਾ।
क्योंकि गुलाब का पौधा जिहड़ा है इसनूं दातन जिन्ना कट के मतलब गिट्ठ के कट के तुसीं जिहड़ा है गमले विच मिट्टी विच जो लगाउंदे हो तां इस तो ही कलम तो ही पत्ते जिहड़े है वो फुटने शुरू हो जाते हैं। सो इस तो जिहड़ा है गुलाब का पौधा इस कलम तो ही तैयार हो जाता है। सो अगला है दिमागी कसरत। हुण असीं थोड़ी जी दिमागी कसरत भी करांगे अभ्यास के तौर पर, जिहदे विच इह दित्ता गया है कि वो बीज लिखने ने जिहड़े बीज खाधे जाते हैं। सो किहड़े बीज असीं खाने आ, थोड़ा जिहा तुसीं सोचोगे तो तुहानूं पता चल जाएगा। इस तो इलावा मैं दस्सण की कोशिश करांगा। सारे बच्चे पहलां अंदाज़ा लगाओ किहड़े बीज जिहड़े असीं खाने आ। अंदाज़ा लगाया बेटा? अगर किसी नूं पता नहीं लगा तो मैं दसदा हाँ। सब तो पहला असीं बेटा कणक जिहड़ी है वो बीज ही है, और कणक के बीज असीं खाने हैं आटा पिसा के उसकी रोटी बना के। सो पहला है कणक। दूसरा किहड़ा बीज है जो असीं खाने हैं, वो है चावल। तीसरा किहड़ा बीज है जो बेटा असीं खाने हैं, वो है छोले। क्योंकि बेटा छोले एक इहो जिहा बीज है जो बीजा भी जाता है और खाधा भी जाता है। इस तरह ही कणक भी चावल भी जिहड़े है ये बीज के तौर पर इस्तेमाल भी होंदे ते खाधे भी जाते हैं। इस तो इलावा ਵੱਖ-ਵੱਖ दालां ने, किसी भी दाल का नाम ले लो, सारे बीज ही ने। इस तो इलावा मटर, फलीदार मटर जिहड़े ने तुसीं देखे होणगे। सर्दी की मुख फसल होंदी है, असीं बड़े चावां नाल खाने हाँ। मटर पनीर बना के, मटर आलू बना के खांदे हैं ना। सो मटर भी एक जिहड़ा है बच्चे बीज है जिहड़ा असीं बीज के तौर पर वरतदे भी हाँ, उगाउने भी हाँ ते खाने भी हाँ। इस तो इलावा एक होर लिख लैंदे हाँ जिसनूं असीं बीज के तौर पर वरतते हैं, वो है बेटा मक्की। मक्की की छल्ली तुसीं आम भुन के खाधी होएगी। मक्की तो आटा भी तैयार होंदा है, ठीक है। सो मक्की जिहड़ी है ये ਵੱਖ-ਵੱਖ खुराकी तत्तां दे विच भी शामिल होंदी है। ਵੱਖ-ਵੱਖ इनग्रीडिएंट जिहड़े है मक्की तो बगैर पूरे नहीं होंदे, जिन्हां तो ਵੱਖ-ਵੱਖ जिहड़ियां वस्तां तैयार होंदियां ने। सो बेटा ये सी दिमागी कसरत, वो बीज लिखे जिहड़े बीज जिहड़े आ वो खाण दे तौर ते वरते जांदे ने। सो आपां एक्सरसाइज के अगले भाग में चलते हैं, इसनूं नोट कर लो। ਇਹਦੇ ਵਿੱਚ है बेटा खाली स्थान भरो। 3 उत्तर दिते गए ने, अख, तेल, बीज। पहला लैने हाँ सरों के बीजों तो डैश तैयार किया जाता है। तुहानूं सारिਆਂ ਨੂੰ पता ही है बेटा, घरां दे विच असीं आम इस दी वरतों करते हैं, तो इसनूं कहंदे ने सरों। सरों का असीं तेल आम इस्तेमाल करते हैं। तो इस तो की निकलता है, तेल निकलता है। इस तो अगला है गेंदे का पौधा डैश तो तैयार किया जाता है। ये बेटा बीज तो तैयार किया जाता है, नोट कर लो। क्योंकि गेंदे का पौधा जिहड़ा है बीज मिट्टी विच पाता जाता है तो उस तो तैयार होता है। तीसरा है डैश दे
ਬੀਜ ਹਵਾ ਰਾਹੀਂ ਇੱਕ ਥਾਂ ਤੋਂ ਦੂਸਰੀ ਥਾਂ ਜਾਂਦੇ ਹਨ? ਕਿਹੜੇ ਬੀਜ ਬੇਟਾ? ਅੱਕ ਦੇ। ਅੱਕ ਦੇ ਬੀਜ ਜਿਹੜੇ ਹਵਾ 'ਚ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚ ਜਾਂਦੇ ਨੇ। ਸੋ ਨੋਟ ਕਰ ਲਓ ਬੇਟਾ। ਆਪਾਂ ਅਗਲੇ ਪੋਰਸ਼ਨ ਵੱਲ ਚੱਲਦੇ ਹਾਂ, ਜਿਹੜਾ ਪੋਰਸ਼ਨ ਪ੍ਰਸ਼ਨ ਉੱਤਰਾਂ ਦਾ ਹੈ। ਕੁਝ ਗਲਤ ਸਹੀ ਨੇ, ਉਹ ਕਰਾਂਗੇ। ਪਹਿਲਾ ਹੈ, ਸਾਰੇ ਪੌਦੇ ਬੀਜਾਂ ਤੋਂ ਉਗਾਏ ਜਾਂਦੇ ਹਨ। ਕੀ ਇਹ ਸਹੀ ਹੈ? ਨਹੀਂ, ਕਿਉਂਕਿ ਸ਼ਕਰਕੰਦੀ ਹੈ ਉਹ ਜੜ੍ਹ ਤੋਂ, ਆਲੂ ਜਿਹੜੇ ਹੈ ਉਹ ਬੇਸ਼ੱਕ ਬੀਜ ਬਣਦੇ ਨੇ ਪਰ ਉਹ ਜੜ੍ਹਾਂ ਤੋਂ ਨਿਕਲਦੇ ਨੇ। ਠੀਕ ਹੈ ਨਾ। ਸਾਰੇ ਜਿਹੜੇ ਪੌਦੇ ਆ ਬੀਜਾਂ ਤੋਂ ਨਹੀਂ ਉਗਾਏ ਜਾ ਸਕਦੇ। ਠੀਕ ਹੈ। ਕੁਛ ਜਿਹੜੇ ਆ ਉਹ ਆਪਣੀਆਂ ਜੜ੍ਹਾਂ ਤੋਂ ਹੀ ਨਿਕਲਦੇ ਨੇ, ਉਗਾਏ ਜਾਂਦੇ ਨੇ। ਸੋ ਇਹ ਗਲਤ ਹੈ। ਕੁਛ ਪੌਦੇ ਜਿਹੜੇ ਆ ਉਹ ਕਲਮਾਂ ਨਾਲ ਲੱਗਦੇ ਨੇ, ਜਿਸ ਤਰ੍ਹਾਂ ਗੁਲਾਬ ਦੀ ਕਲਮ ਲੱਗਦੀ ਹੈ ਨਾ। ਸੋ ਇਹ ਆਪਾਂ ਗਲਤ ਲਾਵਾਂਗੇ, ਇੱਥੇ ਕ੍ਰਾਸ ਲਾਵਾਂਗੇ। ਗੰਨੇ ਦੀ ਬਿਜਾਈ ਲਈ ਗੰਨੇ ਦੇ ਛੋਟੇ ਛੋਟੇ ਟੁਕੜੇ ਜ਼ਮੀਨ ਵਿੱਚ ਦੱਬੇ ਜਾਂਦੇ ਹਨ। ਕੀ ਇਹ ਸਹੀ ਹੈ? ਤੁਸੀਂ ਪਾਠ ਪੜ੍ਹਿਆ? ਹਾਂ, ਬਿਲਕੁਲ ਸਹੀ ਹੈ। ਗੰਨੇ ਦੇ ਛੋਟੇ ਛੋਟੇ ਬੀਜ ਧਰਤੀ ਦੇ ਵਿਛਾ ਦਿੱਤੇ ਜਾਂਦੇ ਨੇ, ਉਸ 'ਤੇ ਮਿੱਟੀ ਪਾ ਦਿੱਤੀ ਜਾਂਦੀ ਹੈ ਤਾਂ ਉਹ ਬੀਜ ਜਿਹੜੇ ਬੀਜ ਦਿੱਤੇ ਜਾਂਦੇ ਹਨ ਅਤੇ ਗੰਨਾ ਤਿਆਰ ਹੋ ਜਾਂਦਾ ਹੈ। ਗੁਲਾਬ ਦਾ ਪੌਦਾ ਕਲਮ ਤੋਂ ਉਗਾਇਆ ਜਾਂਦਾ ਹੈ। ਬਿਲਕੁਲ ਸਹੀ, ਆਪਾਂ ਪੜ੍ਹਿਆ ਵੀ ਹੈ ਉੱਪਰ ਕਿ ਗੁਲਾਬ ਦਾ ਪੌਦਾ ਜਿਹੜਾ ਕਲਮ ਲਗਾ ਕੇ ਉਗਾਇਆ ਜਾਂਦਾ ਹੈ। ਜ਼ੀਰੇ ਦੇ ਬੀਜ ਮਸਾਲੇ ਵਜੋਂ ਵਰਤੇ ਜਾਂਦੇ ਹਨ। ਬਿਲਕੁਲ ਸਹੀ ਹੈ ਬੇਟਾ, ਇਹ ਵੀ ਨੋਟ ਕਰ ਲਓ। ਤੁਸੀਂ ਪੜ੍ਹਿਆ ਵੀ ਹੈ ਉੱਪਰ ਪਾਠ ਵਿੱਚ ਬੜੇ ਧਿਆਨ ਨਾਲ ਕਿ ਜਿਹੜੇ ਮਸਾਲੇ ਆ ਉਹ ਬੀਜਾਂ ਤੋਂ ਤਿਆਰ ਹੁੰਦੇ ਆ, ਔਰ ਕੁਝ ਮਸਾਲੇ ਬੀਜ ਦੇ ਤੌਰ 'ਤੇ ਵਰਤੇ ਵੀ ਜਾਂਦੇ ਆ, ਜਿਨ੍ਹਾਂ 'ਚੋਂ ਜੀਰਾ ਵੀ ਇੱਕ ਹੈ। ਪੰਜਵਾਂ ਹੈ, ਜਲਕੁੰਭੀ ਹਵਾ ਰਾਹੀਂ ਦੂਸਰੇ ਸਥਾਨਾਂ 'ਤੇ ਪਹੁੰਚ ਜਾਂਦੀ ਹੈ। ਕੀ ਇਹ ਸਹੀ ਹੈ ਬੇਟਾ? ਕਿਉਂਕਿ ਜਲਕੁੰਭੀ ਦਾ ਜਿਹੜਾ ਪੌਦਾ ਹੈ ਇਹ ਪਾਣੀ ਰਾਹੀਂ ਤੈਰ ਕੇ ਦੂਸਰੇ ਸਥਾਨਾਂ 'ਤੇ ਪਹੁੰਚਦਾ ਹੈ। ਸੋ ਇਹ ਗਲਤ ਹੈ। ਸੋ ਅੱਗੇ ਬੇਟਾ, ਹੁਣ ਸਾਡੇ ਅੱਗੇ ਨੈਕਸਟ ਜਿਹੜਾ ਇਹਦਾ ਪਾਰਟ ਹੈ ਅਭਿਆਸ ਦਾ, ਉਹ ਪ੍ਰਸ਼ਨ ਉੱਤਰ ਨੇ। ਚਲੋ ਜਲਦੀ ਨਾਲ ਪ੍ਰਸ਼ਨ ਉੱਤਰ ਜਿਹੜੇ ਉਹ ਕਰ ਲੈਂਦੇ ਹਾਂ। ਪਹਿਲਾ ਪ੍ਰਸ਼ਨ ਹੈ, ਗੰਨਾ ਕਿਵੇਂ ਬੀਜਿਆ ਜਾਂਦਾ ਹੈ? ਮੈਂ ਹੁਣੇ ਤੁਹਾਨੂੰ ਉੱਪਰ ਦੱਸਿਆ ਵੀ ਸੀ, ਆਪਾਂ ਟਿਕ ਮਾਰਕ ਵੀ ਕੀਤਾ ਕਿ ਗੰਨੇ ਦੀ ਬਿਜਾਈ ਲਈ ਗੰਨੇ ਦੇ ਛੋਟੇ ਛੋਟੇ ਟੁਕੜੇ ਜ਼ਮੀਨ ਵਿੱਚ ਦੱਬ ਦਿੱਤੇ ਜਾਂਦੇ ਹਨ। ਸੋ ਇਹਦਾ ਉੱਤਰ ਲਿਖਾਂਗੇ। ਠੀਕ ਹੈ ਬੇਟਾ, ਨੋਟ ਕਰ ਲਓ। ਗੰਨੇ ਦੀ ਬਿਜਾਈ ਗੰਨੇ ਦੇ ਛੋਟੇ ਛੋਟੇ ਟੁਕੜੇ ਕੱਟ ਕੇ ਜ਼ਮੀਨ ਵਿੱਚ ਬੀਜ ਕੇ ਕੀਤੀ ਜਾਂਦੀ ਹੈ। ਮੈਨੂੰ ਆਸ ਹੈ ਕਿ ਤੁਸੀਂ ਇਹ ਪ੍ਰਸ਼ਨ ਲਿਖ ਲਿਆ ਹੋਵੇਗਾ ਬੇਟਾ। ਅਗਲਾ ਪ੍ਰਸ਼ਨ ਹੈ, ਕਲਮ ਦੇ ਪੌਦੇ ਕਿਵੇਂ ਤਿਆਰ ਕੀਤੇ ਜਾਂਦੇ ਹਨ? ਸੋ ਇਹਦਾ ਉੱਤਰ ਲਿਖਦੇ ਹਾਂ ਬੇਟਾ ਕਿ ਕਲਮ ਦੇ ਪੌਦੇ ਕਲਮ ਤੋਂ ਪੌਦੇ
एक गिट्ठ कट के मिट्टी विच गढ़ दिते जाते हैं। गढ़न का भाव बेटा इत्थे है कि सीधे दा आपां कलम नूं खड़े दा आपां गढ़ दिंदे आ, बीज दिंदे आ। ठीक है बेटा। प्रश्न नंबर 3, छत उपर पौधे किवें उगाउंदे हन। बेटा ये भी दस्सिया गया सी उपर पाठ जो पढ़िया सी कि छत उपर जिहड़े बीज आ पौधे आ वो किवें आउंदे ने, पौधे किवें उगदे ने। सब तो पहला पौधे उगण लई बीज चाहिदा हुंदा है, ते बीज दो तरीके नाल आउंदा बेटा। एक हवा च उड़ के आउंदा, एक पंछी जदों बीज मूँह च पा के आउंदे ने, कुछ बीज के टुकड़े जिहड़े ने, कुछ बीज जिहड़े ते मूँह चों डिग पैंदे ने, और कुछ जिहड़े आ वो जदों जानवर विठ वगैरह करते हैं, क्योंकि जदों कोई पौधे के बीज खाते हैं तो विठ जो करते हैं यानी कि मल त्याग करते हैं, वो पौधे के बीज जिहड़े ने जिहड़े उन्हें खाधे होंदे ने उन्हां दे मल त्याग के रूप में कित्थे डिग पैंदे ने, छत्तां उपर डिग पैंदे ने, जिस तरह के पौधे उग आउंदे ने। सो आपां इहदा उत्तर लिखते हैं। पंछियां दे मूँह विचों डिगे बीज ਅਤੇ हवा विचों उड़ के आए बीज छत्तां उपर उग आउंदे हन। ठीक है बेटा, आई होप तुहानूं समझ लग गई होएगी। पंछी दे मूँह विचों, कोई भी पंछी हो सकता है, गुटार, तोता, चिड़ी, है ना, कां, कोई भी पंछी हो सकता है, विचों डिगे बीज, ਉਹਦੇ मूँह च डिगे बीज ਅਤੇ हवा ਵਿੱਚ ਉੱਡ ਕੇ ਆਏ बीज ਜਿਹੜੇ ਆ ਉਹ ਛੱਤਾਂ ਉੱਪਰ ਉੱਗ ਆਉਂਦੇ ਹਨ। ਸੋ ਅਗਲਾ ਪ੍ਰਸ਼ਨ ਦੇਖਦੇ ਹਾਂ ਬੇਟਾ। प्रश्न है बेटा, बीज नूं उगण वास्ते की कुछ लोड़ींदा है। बेटा एक प्रश्न इस तो पहला मैं तुहाडे कोल पुछां, तुसीं दसो कि साडे जीउंदे रहण वास्ते की जरूरी है। बेटा साडे जीउंदे रहण वास्ते हवा, पानी, भोजन, धुप, अग्नि, ये सारा कुछ जरूरी है ना साडे वास्ते। इस तरह ही पौधों वास्ते भी सेम ही है कि पौधों भी ऑक्सीजन चाहिए, हवा चाहिए है, धुप चाहिए है, जितों अपना भोजन प्राप्त कर सकन, क्योंकि पौधे जिहड़े ने वो सूरज की धुप तो ही अपना भोजन जिहड़ा ग्रहण करते हैं, लैंदे ने। ठीक है। सो इस विधि राही जिहड़े पौधे ने वो अपने आप को सुरक्षित रख पाते हैं, जिउंदा रख पाते हैं। सो उन्होंने हवा भी चाहिए है, रोशनी भी चाहिए है, पानी भी चाहिए होंदा है। सो आपां इहदा आंसर करांगे, उत्तर देवांगे इहदा। बीज नूं उगण वास्ते नरम मिट्टी, बेटा सुक्की मिट्टी विच ये बीज नहीं उग सकते, तुहानूं भी पता है। ठीक है ना।
ਨਰਮ ਮਿੱਟੀ ਵਿੱਚ ਬੀਜ ਨਹੀਂ ਉਗ ਸਕਦੇ ਨੇ, ਸਖਤ ਮਿੱਟੀ ਵਿੱਚ ਨਹੀਂ ਉਗ ਸਕਦੇ। ਆਪਾਂ ਇਸ ਨੂੰ ਲਿਖਾਂਗੇ ਕਿ ਬੀਜ ਨੂੰ ਉਗਣ ਵਾਸਤੇ ਨਰਮ ਮਿੱਟੀ ਪਾਣੀ ਅਤੇ ਰੋਸ਼ਨੀ ਦੀ ਜ਼ਰੂਰਤ ਹੁੰਦੀ ਹੈ। ਨੋਟ ਕਰ ਲਓ ਬੱਚੇ, ਬੀਜ ਨੂੰ ਉਗਣ ਵਾਸਤੇ ਨਰਮ ਮਿੱਟੀ, ਪਾਣੀ ਅਤੇ ਰੋਸ਼ਨੀ ਦੀ ਜ਼ਰੂਰਤ ਹੁੰਦੀ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਬੇਟਾ। ਪੁੱਠ ਕੰਡਾ ਅਤੇ ਗੁੱਤ ਪੱਟਣਾ ਦੇ ਬੀਜ ਇੱਕ ਥਾਂ ਤੋਂ ਦੂਜੀ ਥਾਂ ਕਿਵੇਂ ਜਾਂਦੇ ਹਨ? ਇਹ ਆਪਾਂ ਬੇਟਾ ਪਾਠ ਪੜ੍ਹਿਆ ਸੀ, ਉਹਦੇ ਵਿੱਚ ਆਨਸਰ ਸਾਨੂੰ ਮਿਲਿਆ ਸੀ ਕਿ ਜਾਨਵਰਾਂ ਦੇ ਰਾਹੀਂ, ਜਾਨਵਰਾਂ ਦੇ ਵਾਲਾਂ ਦੇ ਨਾਲ, ਸਰੀਰ ਨਾਲ ਚੰਬੜ ਕੇ ਇਹ ਜਿਹੜੇ ਬੀਜ ਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜੇ ਆ ਉਹ ਪਹੁੰਚ ਜਾਂਦੇ ਨੇ। ਸੋ ਇਹਦਾ ਉੱਤਰ ਆਪਾਂ ਲਿਖਾਂਗੇ ਪੁੱਠ ਕੰਡਾ ਅਤੇ ਗੁੱਤ ਪੱਟਣਾ ਦੇ ਬੀਜ ਜਾਨਵਰਾਂ ਦੇ ਨਾਲ ਲੱਗ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚ ਜਾਂਦੇ ਹਨ। ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਪਹੁੰਚ ਜਾਂਦੇ ਹਨ। ਠੀਕ ਹੈ ਬੇਟਾ। ਸੋ ਜਾਨਵਰਾਂ ਦੇ ਵਾਲਾਂ ਦੇ ਨਾਲ, ਉਹਨਾਂ ਦੇ ਸਰੀਰ ਦੇ ਨਾਲ ਜਦੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਦੇ ਨੇ ਤਾਂ ਵੀ ਬੀਜ ਜਿਹੜੇ ਹੈ ਇਹ ਪੁੱਠ ਕੰਡਾ ਅਤੇ ਗੁੱਤ ਪੱਟਣਾ ਨਾਂ ਦੇ ਜਿਹੜੇ ਪੌਦੇ ਨੇ, ਇਹਨਾਂ ਦੇ ਬੀਜ ਦੂਜੇ ਸਥਾਨਾਂ 'ਤੇ ਪਹੁੰਚ ਜਾਂਦੇ ਨੇ। ਸੋ ਬੇਟਾ ਨੋਟ ਕਰ ਲਓ ਇਸ ਨੂੰ। ਸੋ ਬੇਟਾ ਇਹ ਤੁਹਾਡੀ ਜਿਹੜੀ ਇੱਥੇ ਹੈ ਅਭਿਆਸ ਕੰਪਲੀਟ ਹੈ। ਪੇਜ ਨੰਬਰ 58 ਤੱਕ ਇਹ ਤੁਹਾਡਾ ਕੰਪਲੀਟ ਹੋ ਗਿਆ ਹੈ। ਇਹ ਪਾਠ ਵੀ ਕੰਪਲੀਟ ਹੋ ਗਿਆ ਹੈ। ਮੈਨੂੰ ਆਸ ਹੈ ਕਿ ਤੁਸੀਂ ਸਾਰਿਆਂ ਨੇ ਨਾਲ ਨੋਟ ਕਰ ਲਿਆ ਹੋਵੇਗਾ, ਅਭਿਆਸ ਕਰ ਲਈ ਹੋਏਗੀ। ਥੋੜ੍ਹਾ ਸਮਾਂ ਵੱਧ ਲੱਗਾ ਹੈ, ਆਪਾਂ ਇਸ ਪਾਠ ਨੂੰ ਕੰਪਲੀਟ ਕਰ ਲਿਆ ਹੈ। ਸੋ ਸਾਰੇ ਅਧਿਆਪਕਾਂ ਤੱਕ ਬੇਨਤੀ ਹੈ ਕਿ ਇਸ ਵੀਡੀਓ ਨੂੰ ਸੈਂਟਰ ਔਰ ਬਲਾਕ ਗਰੁੱਪ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਜ਼ਿਲ੍ਹੇ ਤੱਕ ਜਿੰਨੇ ਵੀ ਬੱਚੇ ਪੜ੍ਹਦੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ, ਉਹਨਾਂ ਦੀ ਅਭਿਆਸ ਹੋ ਸਕੇ। ਸੋ ਪਿਆਰੇ ਬੱਚੇ, ਅਗਲੀ ਵੀਡੀਓ 'ਚ ਫਿਰ ਮਿਲਾਂਗੇ ਅਗਲੇ ਟੌਪਿਕ ਦੇ ਵਿੱਚ। ਆਪਣਾ ਖਿਆਲ ਰੱਖੋ, ਆਪਣੀ ਸਿਹਤ ਦਾ ਖਿਆਲ ਰੱਖੋ, ਤਾਂ ਦੂਜਿਆਂ ਦਾ ਵੀ ਖਿਆਲ ਆਪਣੇ ਆਪ ਰੱਖਿਆ ਜਾਏਗਾ। ਸੋ ਬੜੀ ਮਿਹਰਬਾਨੀ ਤੁਹਾਡੀ, ਤੁਸੀਂ ਇਸ ਵੀਡੀਓ ਨੂੰ ਦੇਖਿਆ ਸੁਣਿਆ। ਅੱਗੇ ਸ਼ੇਅਰ ਜ਼ਰੂਰ ਕਰਿਓ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।